ਵਿਆਹ ਤੋਂ ਬਾਅਦ ਅੱਜ ਹਾਜੀਪੁਰ 'ਚ ਸੁਖਬੀਰ ਬਾਦਲ ਦੀ ਰੇਡ। ਕੈਪਟਨ ਨੂੰ ਸੁਖਬੀਰ ਬਾਦਲ ਨੇ ਕੀਤਾ ਖੁੱਲ੍ਹਾ ਚੈਲੰਜ। ਕੈਪਟਨ ਦੀ ਰਿਹਾਇਸ਼ ਦਾ ਆਪ ਵੱਲੋਂ ਘਿਰਾਵ। ਪੁਲਿਸ ਨੇ ਆਪ ਵਰਕਰਾਂ ਤੇ ਕੀਤਾ ਲਾਠੀਚਾਰਜ। ਪਾਣੀ ਦੀਆਂ ਬੁਛਾੜਾਂ ਕਾਰਨ ਵਿਗੜੀ ਭਗਵੰਤ ਮਾਨ ਦੀ ਤਬੀਅਤ। ਭਾਜਪਾ ਨੇਤਾ ਹਰਜੀਤ ਗਰੇਵਾਲ ਦੇ ਖੇਤ ਹੋਏ ਨਸ਼ਟ ਨੁਕਸਾਨ ਪਹੁੰਚਾਉਣ ਦਾ ਜ਼ਿੰਮੇਵਾਰ ਠਹਿਰਾਇਆ ਕੈਪਟਨ ਸਰਕਾਰ ਨੂੰ। ਮੱਧ ਪ੍ਰਦੇਸ਼ 'ਚ ਵੈਕਸੀਨ ਲਗਵਾਉਣ ਦੀ ਲੱਗੀ ਭੀੜ। ਬੇਕਾਬੂ ਹੋਏ ਲੋਕ ਕਰ ਰਹੇ ਨੇ ਇੱਕ ਦੂਜੇ ਨਾਲ ਧੱਕਾ ਮੁੱਕੀ। ਹੁਣ ਗਰਭਵਤੀ ਮਹਿਲਾਵਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ। ਸਿਹਤ ਵਿਭਾਗ ਦੇ ਆਦੇਸ਼ ਜਾਰੀ। ਸਤਿ ਸ਼੍ਰੀ ਅਕਾਲ, दैनिक सवेरा 'ਚ ਤੁਹਾਡਾ ਸਵਾਗਤ ਹੈ। ਨਿਊਜ਼ ਰੂਮ ਤੋਂ ਮੈਂ ਭਾਵਨਾ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਇਸ ਵੱਡੀ ਖਬਰ ਤੋਂ। ਪੰਜਾਬ ਵਿੱਚ ਪਾਵਰ ਕੱਟ ਕਾਰਨ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਅੱਜ ਆਮ ਆਦਮੀ ਪਾਰਟੀ ਵੱਲੋਂ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਹਾਊਸ ਦਾ ਘਿਰਾਵ ਕੀਤਾ ਗਿਆ। ਇਸ ਮੌਕੇ ਆਪ ਵਰਕਰਾਂ ਅਤੇ ਪੁਲਿਸ 'ਚ ਜ਼ਬਰਦਸਤ ਝੜਪ ਹੋ ਗਈ, ਜਿਸ ਕਾਰਨ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋ ਗਿਆ। ਦੱਸਦੇ ਕਿ ਭੀੜ ਨੂੰ ਕਾਬੂ ਕਰਨ ਲਈ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਅਤੇ ਸਾਰੀ ਸੜਕ ਤੇ ਵੀ ਬੈਰੀਕੇਡਿੰਗ ਕੀਤੀ ਗਈ। ਪਰ ਭੜਕੇ ਹੋਏ ਵਰਕਰਾਂ ਵੱਲੋਂ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਿੰਗ ਤੋੜ ਦਿੱਤੇ ਗਏ ਤੇ ਅੱਗੇ ਨਿਕਲ ਗਏ, ਜਿਸ ਤੋਂ ਬਾਅਦ ਪੁਲਿਸ ਵਾਟਰ ਕੈਨਨ ਰਾਹੀਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਜਿਸ ਕਾਰਨ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਆਪ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਤਬੀਅਤ ਵੀ ਖਰਾਬ ਹੋ ਗਈ। ਤਬੀਅਤ 'ਚ ਸੁਧਾਰ ਆਉਣ ਤੋਂ ਬਾਅਦ ਮਾਨ ਨੇ ਕੈਪਟਨ ਤੇ ਨਿਸ਼ਾਨੇ ਸਾਧੇ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਬੜੀ ਵਾਰ ਸਰਕਾਰ ਨੂੰ ਬਿਜਲੀ ਦੇ ਰੇਟ ਘੱਟ ਕਰਨ ਦੀ ਅਪੀਲ ਕੀਤੀ ਸੀ, ਪਰ ਹੁਣ ਜਦੋਂ ਲੋਕ ਸੜਕਾਂ ਤੇ ਆ ਗਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਇਸ ਲਈ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ। इस समय स्टेज बनाई गई आम आदमी पार्टी वालों सिसवा फार्म के बिल्कुल 2 किलोमीटर नाल अते इत्थे तमाम जिहड़े वर्कर है वो पहुंचने शुरू हो गए ने अते आम आदमी पार्टी वालों इल्ज़ाम लगाया जा रहा है कि पंजाब के लोगों को सस्ती बिजली नहीं मिलती है तो बिजली के लंबे लंबे कट लग रहे हैं। तुसीं तस्वीरां देखो, वर्कर इत्थे लगातार पहुंच रहे हैं। 10-10 घंटे के कट लगा। इस तो इलावा देखो स्लोगन लैके बैठे हुए ने, बैनर लैके बैठे हुए, पोस्टर लैके बैठे, कैप्टन बैठा करे महिला प्यारा, लोग बिजली तो हो रहे परेशान। कित्थे है सरप्लस बिजली वाला पंजाब सूबा। ਸ਼੍ਰੋਮਣੀ ਅਕਾਲੀ ਦਲ ਵੱਲੋਂ ਰੇਤ ਮਾਫੀਆ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ। ਕੁਝ ਦਿਨ ਪਹਿਲਾਂ ਬਿਆਸ ਦਰਿਆ ਕੀਤੀ ਛਾਪੇਮਾਰੀ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਹਾਜੀਪੁਰ ਵਿਖੇ ਨਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ਤੇ ਪੁੱਜੇ, ਜਿੱਥੇ ਉਹਨਾਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵਿੱਚ ਹਿੰਮਤ ਹੈ ਤਾਂ ਇਸ ਨਜਾਇਜ਼ ਮਾਈਨਿੰਗ ਨੂੰ ਕਲੀਨ ਚਿੱਟ ਦੇ ਕੇ ਵਿਖਾਉਣ। ਇਸ ਮੌਕੇ ਸੁਖਬੀਰ ਬਾਦਲ ਨੇ 200 ਫੁੱਟ ਤੋਂ ਜ਼ਿਆਦਾ ਡੂੰਘੀ ਨਜਾਇਜ਼ ਮਾਈਨਿੰਗ ਦਿਖਾਈ। ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਕਿ ਮਾਈਨਿੰਗ ਮਾਫੀਆ ਇਸ ਇਲਾਕੇ ਦਾ ਉਜਾੜਾ ਕਰ ਰਿਹਾ। देखो ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਮੈਂ ਹੁਣ ਸੁਖ ਸਰਕਾਰੀਆ ਤੇ ਕੈਪਟਨ ਨੂੰ ਪੁੱਛਣਾ ਚਾਹਣਾ ਹੈ, ਹੁਣ ਕਿਹੜਾ ਕਾਨੂੰਨ ਹੈ ਲਿਖਿਆ ਕਿ ਤੁਸੀਂ 200 ਫੁੱਟ 200 ਫੁੱਟ ਪੁੱਟ ਸਕਦੇ ਹੋ ਜ਼ਮੀਨ? ਕਿਹੜਾ ਕਾਨੂੰਨ ਹੈ? ਆ ਜਿਹੜਾ ਸਾਰਾ ਕੁਝ ਜਿਹੜਾ ਕੈਪਟਨ ਤੇ ਜਿਹੜਾ ਸੁਖ ਸਰਕਾਰ ਮਿਨਿਸਟਰ ਤੇ ਡੀਜੀਪੀ ਪੁਲਿਸ ਉਹਨਾਂ ਨੇ ਜੇ ਕੱਲ ਮੇਰੇ ਮੈਂ ਜਦੋਂ ਉਹਨਾਂ ਨੂੰ ਬਿਆਸ ਦਰਿਆ ਵਿੱਚ ਜਿਹੜਾ ਬਿਲਕੁਲ ਇਲੀਗਲ ਸੀ ਮੇਰੇ ਤੇ ਪਰਚਾ ਦਿੱਤਾ ਹੈ, ਮੈਂ ਕਿ ਅੱਜ ਦੂਜਾ ਪਰਚਾ ਤਿਆਰ ਰੱਖੋ ਮੇਰੇ ਦੇਣ ਤੇ। ਮੈਂ ਕਹਿੰਦਾ 10 ਪਰਚੇ ਅੱਜ ਦਿਓ, ਮੇਰੇ ਅੱਜ ਦਿਓ, ਹੁਣ ਦਿਖਾ ਰਹੇ ਆ। ਹੁਣ ਇਹ ਕਿਹੜਾ ਕਾਨੂੰਨ, ਹੁਣ ਕਿਹੜਾ ਸਰਟੀਫਿਕੇਟ ਸ਼ਾਮ ਨੂੰ ਦੇਣਗੇ? ਮਾਈਨਿੰਗ ਡਿਪਾਰਟਮੈਂਟ ਦਾ ਸੈਕਟਰੀ ਸਰਬਜੀਤ ਸਿੰਘ ਨੂੰ ਮੈਂ ਪੁੱਛਣਾ ਚਾਹਣਾ, ਹੁਣ ਕੱਲ ਤਾਂ ਤੁਸੀਂ ਉਹਦਾ ਜਾਲੀ ਸਰਟੀਫਿਕੇਟ ਦਿੱਤਾ ਸੀ, ਆ ਵੀ ਸਰਟੀਫਿਕੇਟ ਅੱਜ ਦਿਓ ਕਿ ਆ ਵੀ ਲੀਗਲ ਮਾਈਨਿੰਗ ਹੈ। ਮੈਂ ਸਾਰੀ ਮੀਡੀਆ ਨੂੰ ਦੇਖੋ ਪਾਸੇ ਹਟੇ ਆ 200 ਫੁੱਟ ਐ ਲੱਗਦਾ ਜਿਵੇਂ ਕੋਈ ਆਪਾਂ ਭਾਖੜਾ ਡੈਮ 'ਚ ਪਹੁੰਚੇ ਆ। 200 ਫੁੱਟ ਥੱਲੇ ਦੇਖੋ, ਇੰਨਾ ਪੁਰਤਾ ਥੱਲੋਂ ਪਾਣੀ ਨਿਕਲਿਆ। ਪਾਣੀ ਜਿਹੜਾ ਸਾਡੇ ਇੱਥੇ ਇਸ ਇਲਾਕੇ 'ਚ ਪੀਣ ਵਾਲਾ ਪਾਣੀ ਵੀ ਖਤਮ ਹੋ ਗਿਆ। ਆ ਨਾਲ ਦੀ ਜ਼ਮੀਨ ਮਾਈਨਿੰਗ ਵਾਸਤੇ ਇਹਨਾਂ ਨੂੰ ਆ ਜਿਹੜੇ ਇੱਥੇ ਆ ਜਿਹੜੇ ਮਾਈਨਿੰਗ ਵਾਲਿਆਂ ਨੂੰ ਇਹਨਾਂ ਨੂੰ ਪਰਮਿਸ਼ਨ ਹੁੰਦੀ ਹੈ ਇਕੱਲੇ 3 ਮੀਟਰ 10 ਫੁੱਟ, ਇੱਥੇ 250-300 ਫੁੱਟ ਕੱਟੀ ਬੈਠੇ ਆ। ਨਵਜੋਤ ਸਿੰਘ ਸਿੱਧੂ ਦੇ 8 ਲੱਖ ਦੇ ਬਿਜਲੀ ਬਿੱਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਲ ਖੜੇ ਕੀਤੇ ਸੀ, ਜਿਸ ਦਾ ਜਵਾਬ ਦਿੰਦੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਮਿਹਨਤ ਦੀ ਕਮਾਈ ਕਰਦੇ ਹਾਂ, ਤੁਹਾਡੇ ਵਾਂਗ ਸਰਕਾਰੀ ਪੈਸਾ ਇਸਤੇਮਾਲ ਨਹੀਂ ਕਰਦੇ।
ਬਿਜਲੀ ਬਿੱਲ ਨਾ ਦੇਣ ਤੇ ਕਿਹਾ ਕਿ ਗਰਮੀਆਂ ਸਰਦੀਆਂ 'ਚ ਇੱਕ ਜਿਹਾ ਬਿੱਲ ਆਉਣ ਤੇ ਬਿਜਲੀ ਮਹਿਕਮੇ ਨੂੰ ਜਾਂਚ ਦੀ ਅਪੀਲ ਕੀਤੀ ਸੀ, ਨਾ ਕਿ ਬਿੱਲ ਭਰਨ ਤੋਂ ਮਨਾ ਕੀਤਾ ਸੀ। ਤੁਸੀਂ ਵੀ ਸੁਣੋ ਨਵਜੋਤ ਕੌਰ ਸਿੱਧੂ ਦਾ ਜਵਾਬ। ਜਿਹੜੇ ਸੁਖਬੀਰ ਬਾਦਲ ਤੈਨੂੰ ਤਕਲੀਫ ਹੋ ਰਹੀ ਹੈ ਨਾ, ਮਿਰਚਾਂ ਲੜ ਰਹੀਆਂ ਬਿਜਲੀ ਦੇ ਬਿੱਲ ਵਾਲੀਆਂ, ਤਾਂ ਮੈਂ ਬੜਾ ਕਲੀਅਰ ਕਰਦਾ ਕਿ ਸਾਡੇ ਕੋਲ ਹਰਾਮ ਦੇ ਪੈਸੇ ਨਹੀਂ ਤੇਰੇ ਵਰਗੇ ਹੈ ਨਾ। ਜਿਵੇਂ ਤੂੰ ਹਰਾਮ ਦੇ ਪੈਸੇ ਕਮਾਏ ਹੋਏ ਆ, ਬੜੀ ਇੱਜ਼ਤ ਨਾਲ ਰੋਟੀ ਕਮਾਈ ਦੀ ਹੈ, ਤਨਖਾਹ 'ਚ ਗੁਜ਼ਾਰਾ ਕਰੀਦਾ। ਤੇ ਜੇ ਸ਼ੋਰੂਮ ਦੇ ਕਿਰਾਏ ਆ ਰਹੇ ਸੀ ਨਾ, ਤੇ ਇਹ ਆਪਣੀ ਕਰੋਨਾ ਦਾ ਟਾਈਮ ਸੀਗਾ ਜਦੋਂ ਚਲੋ ਰੈਂਟਲ ਇਨਕਮ ਬੰਦ ਹੋ ਗਈ ਤੇ ਬੰਦਾ ਔਖੇ ਹੋ ਕੇ ਵੀ ਗੁਜ਼ਾਰੇ ਕਰ ਰਿਹਾ ਤੇ ਆਪਣੇ ਘਰਾਂ ਦੇ ਉੱਤੇ ਸੋਲਰ ਲਾਏ ਹੈ। ਤੇ ਅੱਜ ਤੱਕ ਨਹੀਂ ਜ਼ਿੰਦਗੀ 'ਚ ਹੋਇਆ ਕਿ ਜਿਹੜੇ ਬਿੱਲ ਹੈ ਨਾ ਅਸੀਂ ਆਪਣੀ ਜੇਬਾਂ 'ਚੋਂ ਭਰਦੇ ਹਾਂ। ਤੇ ਤੁਹਾਡੇ ਵਾਂਗੂ ਤੁਹਾਡੇ ਇੰਨੇ ਜ਼ਿਆਦਾ ਘਰਾਂ ਦੇ ਏਸੀ ਚੱਲਦੇ ਆ ਨਾ, ਤਾਂ ਸਰਕਾਰਾਂ ਤੋਂ ਨਹੀਂ ਲੈਂਦੇ। ਜੇ ਬਿਮਾਰ ਹੋਏ ਨਾ ਤਾਂ ਆਪਣਾ ਇਲਾਜ ਵੀ ਆਪਣੇ ਪੈਸਿਆਂ ਤੋਂ ਕਰਾਇਆ। ਜੇ ਸੈਰ ਸਪਾਟੇ ਤੇ ਗਏ ਤਾਂ ਐਲਟੀਸੀ ਵੀ ਨਹੀਂ ਲਿੱਤੀ, ਆਪਣੇ ਪੈਸਿਆਂ ਤੋਂ ਗਏ। ਸਰਕਾਰੀ ਕੰਮ ਕਰਨ ਲਈ ਜੇ ਹਵਾਈ ਜਹਾਜ਼ਾਂ ਤੇ ਗਏ ਨਾ ਤੇ ਆਪਣੇ ਪੈਸੇ ਲਾ ਕੇ ਕੀਤੇ। ਤੇ ਬਿਜਲੀ ਦਾ ਜਿਹੜਾ ਬਿੱਲ ਹੈ ਨਾ, ਇਹ ਨਹੀਂ ਹੈ ਵੀ ਬਿੱਲ ਨਹੀਂ ਦਿੱਤਾ ਸੀਗਾ, ਇਹ ਗੱਲ ਸੀਗੀ ਕਿ ਸਰਦੀਆਂ ਤੇ ਗਰਮੀਆਂ ਦੇ ਵਿੱਚ ਬਰਾਬਰ ਬਿੱਲ ਕਿਉਂ ਆਵੇ ਜਦੋਂ ਅਸੀਂ ਨਹੀਂ ਚੱਲਦੇ ਉਦੋਂ ਵੀ। ਤੇ ਇੱਕ ਅਪੀਲ ਪਾਈ ਸੀਗੀ ਕਿ ਇੰਨਾ ਜ਼ਿਆਦਾ ਬਿੱਲ ਤੁਸੀਂ ਘਰ ਦਾ ਕਿਵੇਂ ਕਰ ਦਿੰਦੇ ਹੋ, 1 ਲੱਖ ਰੁਪਈਆ 2 ਜਾਣੇ ਅਸੀਂ ਘਰ 'ਚ ਰਹਿੰਦੇ ਆ, ਵੀ ਇੰਨਾ ਵੱਡਾ ਬਿੱਲ ਕਿਵੇਂ ਆ ਜਾਂਦਾ। ਵੀ ਇਹ ਚੈੱਕ ਕੀਤਾ ਜਾਵੇ ਕਿ ਸਰਦੀਆਂ ਗਰਮੀਆਂ 'ਚ ਬਰਾਬਰ ਬਿੱਲ ਕਿਵੇਂ ਆਉਂਦਾ। ਤੇ ਹਰ ਸਾਰੀ ਉਮਰ ਜ਼ਿੰਦਗੀ 'ਚ ਆਪਣੇ ਬਿੱਲ ਹੀ ਭਰਦੇ ਆਏ ਆ। ਤੇ ਉਹ ਬੰਦੇ ਨੂੰ ਕੁਐਸਚਨ ਕਰ ਰਹੇ ਆ ਜਿਹਨੇ ਆਪਣੀ ਜੇਬਾਂ 'ਚੋਂ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੋਕਾਂ ਨੂੰ ਦੇਤਾ, ਲੋਕਾਂ ਦੇ ਬਿੱਲ ਭਰਨ ਲਈ। ਜਿਹੜੇ ਬੰਦੇ ਨੂੰ ਜ਼ਰੂਰਤ ਹੋਈ ਜਦੋਂ ਉਸ ਬੰਦੇ ਕੋਲ ਪੈਸਾ ਸੀ, ਅੱਜ ਉਹ ਪੰਜਾਬ ਕਰਕੇ ਆਪਣਾ ਸਾਰਾ ਕਾਰੋਬਾਰ ਬੰਦ ਕਰਕੇ ਬੈਠਾ ਹੈ। ਤੇ ਜਦੋਂ ਉਹਦੇ ਕੋਲ ਪੈਸਾ ਹੁੰਦਾ ਸੀਗਾ ਤੇ ਜਿੱਥੇ ਜਿੱਥੇ ਜਿਹਨੂੰ ਲੋੜ ਪਈ ਉਹਨੇ ਆਪਣੀ ਇਮਾਨਦਾਰੀ ਦੀ ਕਮਾਈ ਤੋਂ ਚੈੱਕ ਕੱਟ ਕੇ ਦਿੱਤੇ। ਤੂੰ ਦੱਸ ਤੋ ਜੇ ਦਵਾਨੀ ਵੀ ਆਪਣੀ ਜੇਬ 'ਚੋਂ ਕਦੇ ਕਿਸੇ ਨੂੰ ਦਿੱਤੀ ਹੋਵੇ ਤੇ ਤੂੰ ਸਰਕਾਰੀ ਕਿਹੜੇ ਫਾਇਦੇ ਨਹੀਂ ਉਠਾਏ। ਤੁਹਾਡੇ ਘਰਾਂ ਦੇ ਘਰਦਿਆਂ ਦੇ ਜਦੋਂ ਇਲਾਜ ਹੋਏ ਨਾ, ਤੁਸੀਂ ਆਪਣੇ ਕਰੋੜਾਂ ਰੁਪਇਆਂ ਦੇ ਬਿੱਲ ਕੱਢ ਲਓ ਜਿਹੜੇ ਤੁਸੀਂ ਸਰਕਾਰ ਦੇ ਖਾਤੇ ਤੋਂ ਖਾਦੇ ਹੈ। ਤੁਸੀਂ ਤਾਂ ਪ੍ਰੋਗਰਾਮ ਕਰਦੇ ਹੋ ਤਾਂ ਵੀ ਸਰਕਾਰੀ ਖਾਤੇ 'ਚੋਂ ਕਰਦੇ ਹੋ, ਤੇ ਅਸੀਂ ਤਾਂ ਕਦੇ ਸਰਕਾਰੀ ਪੈਸਾ ਨਹੀਂ ਮੰਗਿਆ। ਤੇ ਇਹ ਜਿਹੜੀ ਅਪੀਲ ਪਾਈ ਸੀ ਨਾ ਆਲਰੇਡੀ ਕਲੀਅਰ ਹੋ ਗਈ ਹੈ, ਇਹਨੂੰ ਮੰਨ ਵੀ ਗਏ ਹੈ ਜਿਹੜੇ ਬਿਜਲੀ ਬੋਰਡ ਵਾਲੇ ਹੈ। ਤੇ ਜਿਹੜਾ ਰੈਸਟ ਆਫ ਦਾ ਪੇਮੈਂਟ ਉਹ ਤੁਸੀਂ ਕਰਨੀ ਹੈ। ਅਸੀਂ ਕਿਹੜਾ ਬਿੱਲ ਅੱਜ ਤੱਕ ਨਹੀਂ ਭਰਿਆ, ਤੇ ਤੂੰ ਉਹਦੀ ਪਰਵਾਹ ਨਾ ਕਰ। ਤੂੰ ਇਹ ਪਰਵਾਹ ਕਰ, ਤੂੰ ਆਪਣੀ ਜੇਬ 'ਚੋਂ ਕਦੇ ਕਰੋਨਾ ਵਾਲਿਆਂ ਨੂੰ ਦਵਾਈ ਦਿੱਤੀ। ਸਾਡੇ ਕੋਲ ਤਾਂ ਜਿੰਨਾ ਪੈਸਾ ਸੀ ਅਸੀਂ ਆਪਣੀ ਬੈਂਕਾਂ ਦੇ ਪੈਸਿਆਂ 'ਚੋਂ ਕਢਾ ਕੇ 8 ਮਹੀਨੇ ਦਾ ਰਾਸ਼ਨ ਕਰੋਨਾ 'ਚ ਘਰਾਂ 'ਚ ਪਹੁੰਚਾਇਆ ਲੋਕਾਂ ਦੇ। ਤੂੰ ਦੱਸ ਤੂੰ ਕੀ ਕੀਤਾ। ਕੋਈ ਬੰਦਾ ਹੈ ਜਿਹੜਾ ਆਪਣਾ 30 ਕਰੋੜ ਦੀ ਨੌਕਰੀ ਸਾਲ ਦੀ ਛੱਡ ਕੇ ਇੱਥੇ ਬੈਠਾ ਹੈ ਪੰਜਾਬ ਦੇ ਬੰਦਿਆਂ ਦੇ ਪਿੱਛੇ, ਹੈ ਨਾ। ਤੇ ਤਾਂ ਦਵਾਨੀ ਨਹੀਂ ਛੱਡੀ ਜਾਂਦੀ, ਤੂੰ ਤਾਂ ਸਾਰਾ ਪੰਜਾਬ ਲੁੱਟ ਕੇ ਖਾ ਗਿਆ ਜਿਸ ਤੈਨੂੰ ਗੱਲਾਂ ਆਉਂਦੀਆਂ ਨੇ। ਸੋ ਆਪਣੀ ਔਕਾਤ 'ਚ ਰਹਿ ਤੇ ਬੋਲਣ ਤੋਂ ਪਹਿਲਾਂ ਸੋਚ ਕੇ ਬੋਲਿਆ ਕਰ। ਇਹ ਉਹ ਨਵਜੋਤ ਸਿੱਧੂ ਹੈ ਜਿਹਨੇ ਜਦੋਂ ਅੰਮ੍ਰਿਤਸਰ ਗਏ ਸੀ ਨਾ MP ਬਣ ਕੇ, ਤਾਂ 1.5 ਕਰੋੜ ਆਪਣੀ ਜੇਬ 'ਚੋਂ ਦਿੱਤਾ ਸੀ ਹਰਿਆਲੀ ਲਈ, ਪੇੜ ਪੌਦੇ ਲਾਉਣ ਲਈ। ਆਪਣੀ ਨੇਕ ਕਮਾਈ 'ਚੋਂ 25 ਲੱਖ ਕਿਸਾਨਾਂ ਦੇ ਜਦੋਂ ਅੱਗ ਲੱਗ ਗਈ ਸੀ ਨਾ, ਉੱਥੇ ਦਿੱਤਾ ਸੀ। ਮੈਂ ਨਾ ਅਚਾਨਕ ਅਪੋਲੋ ਹਸਪਤਾਲ ਦਾਖਲ ਹੋ ਗਈ, ਉੱਥੇ 3 ਮਰੀਜ਼ ਮੇਰੇ ਕੋਲ ਆਏ ਜਿਨ੍ਹਾਂ ਦੇ ਆਪਰੇਸ਼ਨਾਂ ਦੇ ਲਈ 25-25 ਲੱਖ ਉਹਨੇ ਬਿਨਾਂ ਦੱਸੇ ਘਰ ਤੋਂ ਆਪਣੀ ਜੇਬਾਂ 'ਚੋਂ ਦਿੱਤੇ। ਮੁੜ ਕੇ ਉਹਨੇ ਅਜਮੇਰ ਔਲਖ ਜੀ ਨੂੰ 8 ਲੱਖ ਦਾ ਚੈੱਕ ਉੱਥੇ ਦੇ ਕੇ ਆਏ। ਸ਼ਹੀਦ ਭਗਤ ਸਿੰਘ ਦੇ ਉੱਥੇ ਬਿਜਲੀ ਦਾ ਬਿੱਲ ਨਹੀਂ ਸੀ ਭਰਿਆ ਹੋਇਆ, 2.5 ਲੱਖ ਉੱਥੇ ਆਪਣੀ ਜੇਬ 'ਚੋਂ ਦੇ ਕੇ ਆਏ। 1 ਲੱਖ ਦਾ ਉਹਨਾਂ ਨੂੰ ਇਨਾਮ ਮਿਲਿਆ, ਉਹਦੀ ਜਗ੍ਹਾ 2 ਲੱਖ ਈਦੂ ਸ਼ਰੀਫ ਜੀ ਨੂੰ ਆਪਣੀ ਜੇਬ 'ਚੋਂ ਦੇ ਕੇ ਆਏ। ਉਹ ਤੇਰੇ ਵਰਗੇ ਬੰਦੇ ਨੇ ਕਦੇ ਜੂੰ ਹੀ ਦਿੱਤੀ ਆ ਆਪਣੀ ਜੇਬ 'ਚੋਂ ਕੱਢ ਕੇ। ਤੂੰ ਤਾਂ ਜੇਬ 'ਚ ਪੈਸੇ ਵੀ ਨਹੀਂ ਰੱਖਦਾ, ਤੂੰ ਤਾਂ ਜਦੋਂ ਲੋਕਾਂ ਦੇ ਜਾਂਦਾ ਤਾਂ ਜੇਬਾਂ 'ਚੋਂ, ਮੈਂ ਤੇਰੇ ਨਾਲ ਹੀ ਰਹੀ ਆ। ਤੂੰ ਮੈਂ ਜਦੋਂ ਤੁਰਦੇ ਸੀ ਤੇ ਜੇਬ 'ਚ ਪੈਸੇ ਵੀ ਨਹੀਂ ਸੀ ਹੁੰਦੇ, ਤੂੰ ਵੀ ਇਧਰੋਂ ਉਧਰੋਂ ਫੜ ਕੇ ਚੱਕ ਕੇ 500 ਦਾ ਨੋਟ ਵੀ ਲੋਕਾਂ ਦੇ ਲੈਣਾ। ਅੱਜ ਤੱਕ ਆਪਣੀ ਜੇਬ 'ਚੋਂ ਕੱਢਿਆ ਤੇ ਕਮਾਇਆ ਸਾਰਾ ਪੰਜਾਬ ਵੇਚ ਕੇ। ਜਿੰਨੀ ਕਮਾਈ ਕੀਤੀ ਹੈ ਨਾ, ਆਪਣੀ ਇਨੀਸ਼ੀਅਲ ਇਨਕਮ ਦੇਖ ਲੈ ਤੇ ਅੱਜ ਵੀ ਦੇਖ ਲੈ ਵੀ ਤੇਰੇ ਸਾਰੇ ਪਾਸੇ ਕਿੰਨੇ ਤੇਰੀਆਂ ਜਾਇਦਾਦਾਂ ਨੇ ਤੇ ਉੱਥੇ ਕਿੰਨੇ ਬਿੱਲ ਤੂੰ ਉਹ ਜਾਇਦਾਦਾਂ ਦੇ ਤੂੰ ਭਰਦਾ। ਦੇਹਰਾਦੂਨ 'ਚ ਹੋਈ ਬੀਜੇਪੀ ਵਿਧਾਇਕ ਦਲ ਦੀ ਬੈਠਕ 'ਚ ਪੁਸ਼ਕਰ ਸਿੰਘ ਧਾਮੀ ਨੂੰ ਉੱਤਰਾਖੰਡ ਦਾ ਨਵਾਂ ਸੀਐਮ ਐਲਾਨ ਕਰ ਦਿੱਤਾ ਗਿਆ। ਦੱਸਿਆ ਕਿ ਦੇਰ ਰਾਤ ਤ੍ਰਿਵਿੰਦਰ ਸਿੰਘ ਰਾਵਤ ਨੇ ਆਪਣਾ ਅਸਤੀਫਾ ਜੇਪੀ ਨੱਡਾ ਨੂੰ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉੱਤਰਾਖੰਡ ਦੀ ਸਿਆਸਤ 'ਚ ਹਲਚਲ ਪੈਦਾ ਹੋ ਗਈ ਤੇ ਅੱਜ ਪੁਸ਼ਕਰ ਸਿੰਘ ਧਾਮੀ ਨੂੰ ਨਵਾਂ ਸੀਐਮ ਬਣਾਏ ਜਾਣ ਤੇ ਮੋਹਰ ਲੱਗ ਗਈ ਹੈ। ਅਸਤੀਫਾ ਦੇਣ ਤੋਂ ਬਾਅਦ ਰਾਵਤ ਦਾ ਕਹਿਣਾ ਸੀ ਕਿ ਜੇ ਉਹ ਅਸਤੀਫਾ ਨਾ ਦਿੰਦੇ ਤਾਂ ਸੰਵਿਧਾਨਕ ਸੰਕਟ ਪੈਦਾ ਹੋ ਸਕਦਾ ਸੀ। ਉੱਤਰਾਖੰਡ ਦੇ ਦੇਹਰਾਦੂਨ 'ਚ ਹੋਈ ਬੀਜੇਪੀ ਵਿਧਾਇਕ ਦਲ ਦੀ ਬੈਠਕ 'ਚ ਪੁਸ਼ਕਰ ਸਿੰਘ ਧਾਮੀ ਨੂੰ ਉੱਤਰਾਖੰਡ ਦਾ ਨਵਾਂ ਸੀਐਮ ਐਲਾਨ ਦਿੱਤਾ ਗਿਆ ਹੈ। ਦੱਸ ਦਈਏ ਕਿ ਦੇਰ ਰਾਤ ਤ੍ਰਿਵੇਂਦਰ ਸਿੰਘ ਰਾਵਤ ਨੇ ਆਪਣਾ ਅਸਤੀਫਾ ਜੇਪੀ ਨੱਡਾ ਨੂੰ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉੱਤਰਾਖੰਡ ਦੀ ਸਿਆਸਤ 'ਚ ਹਲਚਲ ਪੈਦਾ ਹੋ ਗਈ ਸੀ ਤੇ ਅੱਜ ਪੁਸ਼ਕਰ ਸਿੰਘ ਧਾਮੀ ਨੂੰ ਨਵਾਂ ਸੀਐਮ ਬਣਾਏ ਜਾਣ ਤੇ ਮੋਹਰ ਲੱਗ ਗਈ ਹੈ। ਅਸਤੀਫਾ ਦੇਣ ਤੋਂ ਬਾਅਦ ਰਾਵਤ ਦਾ ਕਹਿਣਾ ਸੀ ਕਿ ਜੇ ਉਹ ਅਸਤੀਫਾ ਨਾ ਦਿੰਦੇ ਤਾਂ ਸੰਵਿਧਾਨਕ ਸੰਕਟ ਪੈਦਾ ਹੋ ਸਕਦਾ ਸੀ। ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ 'ਚ ਖੜੀ ਫਸਲ ਨੂੰ ਕਿਸਾਨਾਂ ਵੱਲੋਂ ਟਰੈਕਟਰ ਚਲਾ ਕੇ ਖਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਰਜੀਤ ਸਿੰਘ ਗਰੇਵਾਲ ਦੇ ਖੇਤਾਂ 'ਚ ਖੜੀ ਫਸਲ ਤੇ ਟਰੈਕਟਰ ਚਲਾ ਦਿੱਤਾ ਗਿਆ। ਉੱਥੇ ਹੀ ਹਰਜੀਤ ਸਿੰਘ ਗਰੇਵਾਲ ਨੇ ਇਸ ਸਭ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਠਹਿਰਾਇਆ। ਗਰੇਵਾਲ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦੇ ਨੇ ਕਿ ਉਹ ਰਾਜ ਧਰਮ ਦਾ ਪਾਲਣ ਕਰਨ ਅਤੇ ਰਾਜ 'ਚ ਗੁੰਡਾਗਰਦੀ ਕਰਵਾਉਣੀ ਬੰਦ ਕਰਨ।
ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਨੂੰ ਬਰਬਾਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਗਰੇਵਾਲ ਨੇ ਇਸ ਸਭ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਠਹਿਰਾਇਆ ਹੈ। ਗਰੇਵਾਲ ਨੇ ਕਿਹਾ ਕਿ ਕਿਸਾਨ ਅਜਿਹਾ ਕੰਮ ਕਿਸੇ ਵੀ ਕੀਮਤ 'ਚ ਨਹੀਂ ਕਰ ਸਕਦੇ, ਕਿਉਂਕਿ ਫਸਲ ਉਗਾਉਣ ਵਾਲਾ ਕਿਸਾਨ ਕਦੇ ਵੀ ਖੜੀ ਫਸਲ ਨੂੰ ਨਸ਼ਟ ਕਰਨ ਬਾਰੇ ਨਹੀਂ ਸੋਚੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਂ ਤੇ ਕੈਪਟਨ ਅਮਰਿੰਦਰ ਸਿੰਘ ਇਹ ਸਭ ਕੰਮ ਕਰਾ ਰਿਹਾ ਹੈ ਅਤੇ ਕਸੂਰਵਾਰ ਕਿਸਾਨਾਂ ਨੂੰ ਠਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗਰੇਵਾਲ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦੇਣਾ ਚਾਹੁੰਦੇ ਨੇ ਕਿ ਉਹ ਰਾਜ ਧਰਮ ਦਾ ਪਾਲਣ ਕਰਨ। ਦੱਸ ਦੇ ਕਿ ਬਰਨਾਲਾ 'ਚ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੀ ਖੜੀ ਫਸਲ ਨੂੰ ਟਰੈਕਟਰ ਚਲਾ ਕੇ ਨਸ਼ਟ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਦੇਖੋ, ਪਹਿਲੀ ਗੱਲ ਤਾਂ ਉਹ ਕਿਸਾਨ ਨਹੀਂ ਹੈਗੇ। ਕਿਸਾਨ ਕਦੇ ਫਸਲ ਨੂੰ ਨਸ਼ਟ ਨਹੀਂ ਕਰਦਾ, ਚਾਹੇ ਆਪਦੇ ਦੁਸ਼ਮਣ ਦੀ ਕਿਉਂ ਨਾ ਹੋਵੇ, ਠੀਕ ਹੈ। ਤੇ ਔਰ ਕਿਸਾਨ ਫਸਲ ਦੀ ਰਿਸਪੈਕਟ ਕਰਦਾ। ਉਹਨਾਂ ਨੇ ਜਿਹੜਾ ਕੀਤਾ ਇਹ ਗੁੰਡਾ ਗਰੋਹ ਨੇ ਬੇਸਿਕਲੀ, ਔਰ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਹੋ ਗਿਆ। ਤੇ ਪਰ ਇਹ ਪੁਲਿਸ ਨੂੰ ਮੈਂ 2 ਦਿਨ ਪਹਿਲਾਂ ਦੱਸਤਾ ਸੀ, ਫੋਨ ਕਰਕੇ ਦੱਸਿਆ। ਉਸ ਤੋਂ ਬਾਅਦ SHO ਨੇ ਆ ਕੇ ਮੇਰੇ ਜਿਹੜੇ ਬੰਦੇ ਸੀ ਉੱਥੇ ਇੱਕ ਮਜ਼ਦੂਰ ਕੰਮ ਕਰਦੇ ਸੀ, ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਚਲੇ ਜਾਓ, ਕਿਸਾਨ ਆਉਣ ਵਾਲੇ ਆ, ਔਰ ਕੁਝ ਨਹੀਂ ਕੀਤਾ। ਔਰ ਇਹ ਕਰਵਾਇਆ ਗਿਆ। ਅਸਲ 'ਚ ਇਹ ਸਰਕਾਰੀ ਵਰਦ ਹਸਤਾ, ਇਹ ਪੰਜਾਬ ਸਰਕਾਰ ਕਰਵਾ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਕਰਵਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਕਹਿਣਾ ਕਿ ਉਹ ਰਾਜ ਧਰਮ ਦਾ ਪਾਲਣ ਕਰੇ, ਔਰ ਲੋਕ ਰਾਜ ਦੇ ਅੰਦਰ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਹੈ। ਲੋਕਾਂ ਦੀ ਸ਼ਰਮ ਵੀ ਨਹੀਂ ਹੈ ਇਹਨੂੰ, ਇਹ ਪੰਜਾਬ ਦਾ ਨਾਸ਼ ਕਰਕੇ ਜਾਏਗਾ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਕਿਸਾਨ ਆਗੂ ਗੁਰਨਾਮ ਚੜੂਨੀ ਵੱਡੇ ਕਾਫਲੇ ਦੇ ਨਾਲ ਮੋਹਾਲੀ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ। ਇਸ ਮੌਕੇ ਗੁਰਨਾਮ ਚੜੂਨੀ ਨੇ ਕੇਂਦਰ ਸਰਕਾਰ ਤੇ ਸਵਾਲ ਖੜੇ ਕਰਦੇ ਕਿਹਾ ਕਿ ਕੇਂਦਰ ਸਰਕਾਰ ਮਸਲੇ ਦਾ ਹੱਲ ਨਹੀਂ ਕੱਢ ਰਹੀ, ਸਿਰਫ ਬਹਾਨੇਬਾਜ਼ੀ ਕਰ ਰਹੀ ਹੈ। ਉਹਨਾਂ ਨੇ ਤੰਜ ਕਤਲੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ मोदी ਨੂੰ बदल दियो, मसले का हल आप ही निकल जाएगा। देखिए 11 बार मीटिंग की और 12वें बार तो वो तैयार हुए नहीं, झूठ बोल रहे हैं। जहां MSP का मुद्दा आया है, MSP पे आके वो उन्होंने बिल्कुल लॉक लगा दिया, वहां के मीटिंग बंद कर दी है। क्योंकि जो आंकड़े सामने आ रहे थे वो ये आ रहे थे कि आज हमें 3 से 4 लाख करोड़ रुपया MSP ना मिलने की वजह से नुकसान हो रहा है किसान को। तो जो वो हमने पॉइंट उठाया, उस पे वो आके इनका जो है उन्होंने बातचीत पे ब्रेक लगा दी। दूसरी बात, हमने उनको 11 मीटिंगों में ही ये पूछा कि ये कानून किसानों के फायदे में कैसे हैं, वो आज तक नहीं बता पाए। हम आपके माध्यम से ही पूछते हैं कि ये कानून किसानों के फायदे में कैसे हैं। ये इन कानूनों का नाम खेती कानून रखा क्यों? ये तो खेती व्यापार कानून है, व्यापारियों के लिए बनाए गए, कृषि व्यापार के लिए कानून बनाए गए, ना कि कृषि उत्पादन के लिए। हम सब कुछ दे रहे हैं लेकिन वो फिर भी नहीं मान रहे। देखिए वो कुछ भी नहीं दे रहे हैं। वो जो दे रहे हैं वो जनता को बताएं कि वो क्या दे रहे हैं, वो जनता को बताएं। हम जनता को बताएंगे क्या नहीं दे रहे हैं। अगर वो बैठ के बातचीत नहीं करना चाहते हैं, वो मीडिया के सामने आके बातचीत कर लें, वो खुले मंच पे आके बातचीत कर लें। हम सब तरह से तैयार हैं। कोविड टीकाकरण की मांग लगातार बढ़ती जा रही है। टीकाकरण की प्रक्रिया हुण एक कदम होर अगे वध गई है। केंद्रीय सेहत विभाग ने ऐलान किया है कि हुण गर्भवती औरतां भी टीकाकरण करवा सकणगियां। केंद्रीय सेहत विभाग द्वारा राष्ट्रीय टीकाकरण सलाहकार समूह की सिफारिश के आधार उपर मंजूरी दे दी गई है ते हुण गर्भवती औरतां टीकाकरण लई फैसला ले सकदियां ने अते कोविड उपर पंजीकरण करवा सकदियां ने। दस दिए कि इस तो पहला हर उम्र वर्ग के टीकाकरण की प्रक्रिया शुरू हो चुकी है। हालांकि वैक्सीन की कमी उसी तरह बरकरार है। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਦੇਸ਼ ਵਿੱਚ ਗਰਭਵਤੀ ਔਰਤਾਂ ਵੀ ਟੀਕਾ ਲਗਵਾ ਸਕਦੀਆਂ ਨੇ। ਮੰਤਰਾਲੇ ਨੇ ਕਿਹਾ ਹੈ ਕਿ ਇਸ ਫੈਸਲੇ ਤੋਂ ਬਾਅਦ ਹੁਣ ਗਰਭਵਤੀ ਔਰਤਾਂ ਕੋਵਿਨ ਐਪ ਤੇ ਰਜਿਸਟਰ ਕਰ ਸਕਦੀਆਂ ਨੇ ਜਾਂ ਸਿੱਧੇ ਆਪਣੇ ਨਜ਼ਦੀਕੀ ਟੀਕਾਕਰਨ ਕੇਂਦਰ ਵਿਖੇ ਜਾ ਕੇ ਕੋਵਿਡ ਟੀਕਾ ਲਗਵਾ ਸਕਦੀਆਂ ਨੇ। ਮੰਤਰਾਲੇ ਦੇ ਇੱਕ ਬਿਆਨ ਦੇ ਮੁਤਾਬਕ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਮੌਜੂਦਾ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਅਧੀਨ ਲਾਗੂ ਕਰਨ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੇ ਕੋਵਿਡ ਟੀਕਾਕਰਨ ਪ੍ਰੋਗਰਾਮ ਵਿੱਚ ਟੀਕਾਕਰਨ, ਜਨ ਸਿਹਤ, ਬਿਮਾਰੀ ਨਿਯੰਤਰਣ ਅਤੇ ਸੂਚਨਾ ਤਕਨਾਲੋਜੀ ਦੇ ਖੇਤਰਾਂ ਵਿੱਚ ਚੋਟੀ ਦੇ ਮਾਹਰਾਂ ਦੀਆਂ ਸਿਫਾਰਸ਼ਾਂ ਸ਼ਾਮਿਲ ਨੇ। ਮੰਤਰਾਲੇ ਨੇ ਕਿਹਾ ਹੈ ਕਿ ਵਿਗਿਆਨਕ ਅਤੇ ਮਹਾਮਾਰੀ ਵਿਗਿਆਨ ਦੇ ਸਬੂਤ ਦੇ ਆਧਾਰ ਤੇ ਪ੍ਰੋਗਰਾਮ ਸਿਹਤ ਮਾਹਰ, ਸਿਹਤ ਅਤੇ ਫਰੰਟ ਲਾਈਨ ਯੋਧਾਵਾਂ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ ਤਬਕਿਆਂ ਨੂੰ ਸੁਰੱਖਿਅਤ ਕਰਕੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੰਦਾ ਹੈ।
ਦੱਸਦੀ ਕਿ ਦੇਸ਼ 'ਚ ਹੁਣ ਤੱਕ ਗਰਭਵਤੀ ਔਰਤਾਂ ਨੂੰ ਛੱਡ ਕੇ ਸਾਰੇ ਸਮੂਹ ਕੋਵਿਡ ਟੀਕਾਕਰਨ ਦੇ ਯੋਗ ਸੀ, ਪਰ ਹੁਣ ਗਰਭਵਤੀ ਔਰਤਾਂ ਨੂੰ ਇਸ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਿਲ ਕਰਨ ਲਈ ਇਸ ਮੁਹਿੰਮ ਦਾ ਵਿਸਤਾਰ ਕੀਤਾ ਗਿਆ। NTAGI ਨੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਸਿਫਾਰਿਸ਼ ਕੀਤੀ ਹੈ। ਕੋਵਿਡ-19 ਤੇ ਰਾਸ਼ਟਰੀ ਟੀਕਾਕਰਨ ਮਾਹਿਰ ਸਮੂਹ ਨੇ ਵੀ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਮੁੱਦੇ ਤੇ ਸਹਿਮਤੀ ਸਥਾਪਿਤ ਕਰਨ ਲਈ ਰਾਸ਼ਟਰੀ ਪੱਧਰ ਸਵਾਦ ਪ੍ਰੋਗਰਾਮ ਵੀ ਆਯੋਜਿਤ ਕੀਤਾ ਹੈ। ਦਿੱਲੀ ਲਾਲ ਹਿੰਸਾ ਮਾਮਲੇ 'ਚ ਅੱਜ ਖੇਮਪ੍ਰੀਤ ਸਿੰਘ ਨੂੰ ਬਕਾਇਦਾ ਜ਼ਮਾਨਤ ਮਿਲ ਗਈ ਹੈ। 26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਰੈਲੀ ਦੌਰਾਨ ਲਾਲ ਕਿਲੇ 'ਚ ਹੋਈ ਹਿੰਸਾ ਦੇ ਮਾਮਲੇ 'ਚ 30 ਹਜ਼ਾਰੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ, ਜਿਸ 'ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਸਣੇ ਕੁੱਲ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ 'ਚ ਹੁਣ ਖੇਮਪ੍ਰੀਤ ਨੂੰ ਵੀ ਜ਼ਮਾਨਤ ਮਿਲ ਗਈ ਹੈ। ਦਿੱਲੀ ਲਾਲ ਕਿਲਾ ਹਿੰਸਾ ਮਾਮਲੇ 'ਚ ਨਾਮਜ਼ਦ ਦੋਸ਼ੀ ਖੇਮਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। 26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ 'ਚ ਹੋਈ ਹਿੰਸਾ ਦੇ ਮਾਮਲੇ 'ਚ 30 ਹਜ਼ਾਰੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ, ਜਿਸ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਸਣੇ ਕੁੱਲ 16 ਲੋਕਾਂ ਖਿਲਾਫ ਮਾਮਲਾ ਦਰਜ ਸੀ, ਜਿਸ ਵਿੱਚ ਦੀਪ ਸਿੱਧੂ ਸਮੇਤ 14 ਮੁਲਜ਼ਮ ਜ਼ਮਾਨਤ ਤੇ ਬਾਹਰ ਨੇ, ਜਦਕਿ ਬਾਕੀ 3 ਮੁਲਜ਼ਮ ਅਜੇ ਵੀ ਨਿਆਇਕ ਹਿਰਾਸਤ 'ਚ ਨੇ, ਜਿਨ੍ਹਾਂ ਦੇ ਵਿੱਚੋਂ ਖੇਮਪ੍ਰੀਤ ਸਿੰਘ ਨੂੰ ਅੱਜ ਬਕਾਇਦਾ ਜ਼ਮਾਨਤ ਮਿਲੀ ਹੈ। ਅਗਲੀ ਖਬਰ ਵੱਲ ਵਧਦੇ ਹਾਂ। ਇਹ ਖਬਰ ਮੱਧ ਪ੍ਰਦੇਸ਼ ਦੀ ਹੈ, ਜਿੱਥੇ ਵੈਕਸੀਨੇਸ਼ਨ ਸੈਂਟਰ ਅੰਦਰ ਵੈਕਸੀਨ ਲਗਵਾਉਣ ਦੀ ਭੀੜ ਲੱਗ ਗਈ। ਲੋਕ ਕਰੋਨਾ ਟੀਕਾ ਲਗਵਾਉਣ ਲਈ ਉਤਾਵਲੇ ਹੋ ਬੈਠੇ ਨੇ ਤੇ ਇੱਕ ਦੂਜੇ ਨਾਲ ਧੱਕਾ ਮੁੱਕੀ ਕਰ ਰਹੇ ਨੇ। ਅਜਿਹੀਆਂ ਹੀ ਕੁਝ ਤਸਵੀਰਾਂ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਇੱਕ ਦੂਜੇ ਤੋਂ ਅੱਗੇ ਵਧਣ ਦੀ ਕਾਹਲੀ ਹੈ ਤੇ ਭੀੜ ਨੂੰ ਵੇਖ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮਨ ਵਿੱਚ ਕਰੋਨਾ ਦਾ ਡਰ ਬੈਠ ਗਿਆ ਕਿ ਜੇਕਰ ਕਰੋਨਾ ਟੀਕਾ ਨਾ ਲਗਾਇਆ ਤਾਂ ਅਸੀਂ ਭਿਆਨਕ ਬਿਮਾਰੀ ਤੋਂ ਕਿਵੇਂ ਬਚਾਂਗੇ। ਵੈਕਸੀਨ ਲਗਵਾਉਣ ਨੂੰ ਲੈ ਕੇ ਜਿੱਥੇ ਪਹਿਲਾਂ ਲੋਕਾਂ 'ਚ ਇੱਕ ਸਹਿਮ ਦਾ ਮਾਹੌਲ ਸੀ, ਤਾਂ ਉੱਥੇ ਹੀ ਹੁਣ ਵੈਕਸੀਨ ਲਗਵਾਉਣ ਨੂੰ ਲੈ ਕੇ ਲੋਕ ਉਤਾਵਲੇ ਹੋ ਬੈਠੇ ਨੇ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਡੋਜ਼ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੀੜ ਇੱਕ ਦੂਜੇ ਤੋਂ ਅੱਗੇ ਵਧਣ ਦੀ ਤਿਆਰੀ 'ਚ ਹੈ। ਦਰਅਸਲ ਇਹ ਵੀਡੀਓ ਮੱਧ ਪ੍ਰਦੇਸ਼ ਦੀ ਹੈ, ਜਿੱਥੇ ਲੋਕ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਵੈਕਸੀਨੇਸ਼ਨ ਲਈ ਪਹੁੰਚੇ ਨੇ, ਪਰ ਵੈਕਸੀਨੇਸ਼ਨ ਸੈਂਟਰ 'ਚ ਵੇਖਦਿਆਂ ਹੀ ਭੀੜ ਇੰਨੀ ਹੋ ਗਈ ਕਿ ਬੇਕਾਬੂ ਹੋ ਗਈ, ਜਿਹਨੂੰ ਸੰਭਾਲਣਾ ਬਹੁਤ ਹੀ ਮੁਸ਼ਕਿਲ ਹੋ ਗਿਆ। ਭੀੜ ਨੂੰ ਵੇਖ ਕੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮਨ ਵਿੱਚ ਕਰੋਨਾ ਦਾ ਡਰ ਬੈਠ ਗਿਆ ਹੈ ਕਿ ਜੇਕਰ ਕਰੋਨਾ ਟੀਕਾ ਨਾ ਲੱਗਿਆ ਤਾਂ ਅਸੀਂ ਭਿਆਨਕ ਬਿਮਾਰੀ ਤੋਂ ਕਿਵੇਂ ਬਚਾਂਗੇ। ਦੱਸ ਦਈਏ ਕਿ ਵੈਕਸੀਨ ਦੀ ਕਮੀ ਨੂੰ ਲੈ ਕੇ ਸੂਬਾ ਸਰਕਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਕਾਫੀ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਵੈਕਸੀਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਹਾਲਾਂਕਿ ਕੇਂਦਰ ਵੱਲੋਂ ਹਰ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਆਗਿਆ ਦੇ ਦਿੱਤੀ ਹੈ, ਪਰ ਸੱਚ ਤਾਂ ਇਹ ਹੈ ਕਿ ਇਸ ਐਲਾਨ ਨੂੰ ਪੂਰਾ ਕਰਨ ਲਈ ਸਰਕਾਰ ਵੈਕਸੀਨ ਦੀਆਂ ਡੋਜ਼ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ ਹੈ। ਵੈਕਸੀਨ ਦੀ ਕਮੀ ਇਹਨਾਂ ਤਸਵੀਰਾਂ 'ਚ ਸਾਫ਼ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਲੋਕ ਵੈਕਸੀਨ ਲਈ ਉਤਾਵਲੇ ਹੋ ਰਹੇ ਨੇ, ਪਰ ਉਹਨਾਂ ਦੇ ਲਈ ਲੋੜੀਂਦੀ ਵੈਕਸੀਨ ਮੌਜੂਦ ਹੀ ਨਹੀਂ ਹੈ। ਫਰਾਂਸ ਵੱਲੋਂ ਭਾਰਤ ਦੇ ਨਾਲ 36 ਰਫੇਲ ਫਾਈਟਰ ਜੈਟ ਦੇ ਸੌਦੇ 'ਚ ਭ੍ਰਿਸ਼ਟਾਚਾਰ ਦੇ ਆਰੋਪਾਂ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਗਏ ਨੇ, ਜਿਸ ਤੋਂ ਬਾਅਦ ਹੁਣ ਭਾਰਤ 'ਚ ਇੱਕ ਵਾਰ ਫਿਰ ਸਿਆਸਤ ਗਰਮ ਹੋ ਗਈ ਹੈ। ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ ਕਾਂਗਰਸ ਨੇ ਵੀ ਸੰਯੁਕਤ ਸੰਸਦੀ ਕਮੇਟੀ ਯਾਨੀ JPC ਜਾਂਚ ਦੀ ਮੰਗ ਕੀਤੀ ਹੈ। ਇਸ ਮਾਮਲੇ ਤੇ ਕਾਂਗਰਸ ਦੇ ਕੌਮੀ ਬੁਲਾਰੇ ਰਣਜੀਤ ਸਿੰਘ ਸੁਰਜੇਵਾਲਾ ਨੇ ਆਪਣੇ ਟਵੀਟ ਰਾਹੀਂ ਕਿਹਾ ਕਿ ਰਾਹੁਲ ਗਾਂਧੀ ਅੱਜ ਸਹੀ ਸਾਬਿਤ ਹੋਏ ਨੇ। ਭ੍ਰਿਸ਼ਟਾਚਾਰ, ਦੇਸ਼ਦਰੋਹ ਅਤੇ ਸਰਕਾਰੀ ਖਜ਼ਾਨੇ ਦੇ ਨੁਕਸਾਨ ਨਾਲ ਜੁੜੇ ਰਫੇਲ ਘੁਟਾਲੇ ਦਾ ਕਿਨੌਣਾ ਪਰਦਾਫਾਸ਼ ਆਖਿਰਕਾਰ ਉਜਾਗਰ ਹੋ ਗਿਆ। ਇਹ ਸਮਝੌਤਾ ਭਾਰਤ ਸਰਕਾਰ ਅਤੇ ਫਰਾਂਸ ਦੀ ਵਿਮਾਨ ਨਿਰਮਾਣ ਕੰਪਨੀ ਡਸਾਲਟ ਵਿਚਾਲੇ ਹੋਇਆ ਸੀ, ਜਿਸ ਤੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਆਰੋਪ ਲੱਗਦੇ ਆ ਰਹੇ ਨੇ। ਇਸ ਪੂਰੀ ਡੀਲ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਈ ਵਾਰ ਰਿਲਾਇੰਸ ਦੇ ਨਾਲ ਹੋਈ ਇਸ ਡੀਲ ਨੂੰ ਲੈ ਕੇ ਕਈ ਗੰਭੀਰ ਸਵਾਲ ਚੁੱਕੇ ਅਤੇ ਲੋਕ ਸਭਾ ਚੋਣਾਂ ਦੌਰਾਨ ਵੀ ਰਾਹੁਲ ਗਾਂਧੀ ਨੇ ਰਫੇਲ ਡੀਲ 'ਚ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਤੇ ਹੁਣ ਇਸ ਮਾਮਲੇ 'ਚ ਫਰਾਂਸ ਕੋਰਟ ਵੱਲੋਂ ਦਿੱਤੇ ਜਾਂਚ ਦੇ ਆਦੇਸ਼ ਤੋਂ ਬਾਅਦ ਇੱਕ ਵਾਰ ਫਿਰ ਰਫੇਲ ਦਾ ਜਿੰਨ ਬਾਹਰ ਆ ਗਿਆ ਹੈ। ਤੇ ਇਹ ਸੀ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।